हाँ जी, ये पढ़ो जी, लैप्स डिपॉजिट 12.10। Deposits credited to government under the relevant rule of PTR corresponding to Rule 12.7 of PFR Volume 1 will be repaid in accordance with the provisions contained in Rule 380 of PTR of the Subsidiary Treasury Rules Volume 1. हाँ जी, देखो कई बार ना डिपॉजिट ਜਿਹੜੇ ਹੈਗੇ ਆ ਕੁਝ ਇਹੋ ਜਿਹੇ ਹਾਲਾਤ परिस्थितियां ਬਣ ਜਾਂਦੀਆਂ, ਕੁਝ ਕੰਡੀਸ਼ਨਾਂ ਰੱਖੀਆਂ ਹੋਈਆਂ ਜਿਸ ਤਹਿਤ ਹੈ ਡਿਪੋਜ਼ਿਟ ਹੈ ਜਿਹੜਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਕ੍ਰੈਡਿਟ ਹੋ ਜਾਂਦਾ ਹੈ, ਉਹਨੂੰ ਰੀਪੇ ਕਰਨਾ ਹੈ। ਠੀਕ ਹੈ, ਉਹਦੀ ਰੀਪੇਮੈਂਟ ਬਾਰੇ ਆਪਾਂ ਕਹਿੰਦੇ ਪੀਟੀਆਰ ਚ ਪੜ੍ਹ ਕੇ ਆਏ ਹਾਂ। ਹੁਣ ਕਿਹੜੇ ਕ੍ਰੈਡਿਟ ਹੋ ਜਾਂਦੇ ਕਿਵੇਂ ਹੋ ਜਾਂਦੇ ਉਹ ਆਪਾਂ ਦੇਖਦੇ ਹਾਂ। ਵੈਸੇ ਆਪਾਂ ਦੇਖ ਕੇ ਆਏ ਹਾਂ, ਥੋੜੇ ਧਿਆਨ ਚ ਹੋਵੇ ਲੈਪਸ ਡਿਪੋਜ਼ਿਟ ਵਾਲਾ ਕੇਸ ਪੀਟੀਆਰ ਦੇ ਵਿੱਚ ਪੜ੍ਹਿਆ ਸੀ ਆਪਾਂ 3 ਸਾਲ ਵਾਲਾ ਤੇ 1 ਸਾਲ ਵਾਲਾ। ਠੀਕ ਹੈ, 5 ਰੁਪਏ ਵਾਲੀ ਅਮਾਊਂਟ ਪੜ੍ਹੀ ਸੀ ਹੈ ਨਾ, ਧਿਆਨ ਚ ਹੋਵੇ ਤੁਹਾਡੇ। ਚਲੋ ਜੇ ਨਹੀਂ ਕੋਈ ਨਹੀਂ ਦੁਬਾਰੇ ਪੜ੍ਹ ਲਾਂਗੇ ਆਪਾਂ। ਹਾਂਜੀ ਆਹ ਪੜ੍ਹੋ ਜੀ ਡਿਪੋਜ਼ਿਟਰ। Depositor means any local authority, government, company or corporation, market committee, marketing board, or any cooperative society for which a sub-minor head of account has been allotted in Annexure A. ਹਾਂਜੀ, ਡਿਪੋਜ਼ਿਟਰ ਕੌਣ ਹੋਊਗਾ? ਕੋਈ ਵੀ ਲੋਕਲ ਅਥਾਰਟੀ ਹੋ ਸਕਦੀ ਹੈ, ਗਵਰਨਮੈਂਟ ਕੰਪਨੀ ਹੋ ਸਕਦੀ ਹੈ, ਕਾਰਪੋਰੇਸ਼ਨ, ਮਾਰਕੀਟ ਕਮੇਟੀ, ਮਾਰਕੀਟਿੰਗ ਬੋਰਡ ਜਾਂ ਕੋਆਪਰੇਟਿਵ ਸੁਸਾਇਟੀ ਹੋ ਸਕਦੀ ਹੈ। ਠੀਕ ਹੈ, ਹਾਂਜੀ ਲੋਕਲ ਅਥਾਰਟੀ। Local authority includes any municipal committee, notified area committee, Jila Parishad, Panchayat Samiti, Panchayat or Improvement Trust. ਲੋਕਲ ਅਥਾਰਟੀ ਕੌਣ ਹੋਊਗੀ? ਮਿਊਨਿਸਪਲ ਕਮੇਟੀ, ਨੋਟੀਫਾਈਡ ਏਰੀਆ ਕਮੇਟੀ, ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਿਤੀ, ਪੰਚਾਇਤ ਜਾਂ ਇੰਪਰੂਵਮੈਂਟ ਟਰਸਟ। ਸਰਪਲਸ ਫੰਡਸ ਡੈਫੀਨੇਸ਼ਨ ਹੈ ਜੀ ਇਹ ਦੇਖੋ ਸਰਪਲਸ ਫੰਡ ਦੀ ਕੀ ਡੈਫੀਨੇਸ਼ਨ ਹੈ। Surplus funds means funds which are either not permitted by law, rules, bylaws, or articles of association to be used in the business of the depositor or are not needed at least for a period of 3 months or used in the business of the depositor. ਹਾਂਜੀ, ਹੁਣ ਜਿਹੜਾ ਡਿਪੋਜ਼ਿਟਰ ਹੋਊਗਾ ਕੌਣ ਹੋ ਸਕਦਾ? ਆਪਾਂ ਪੜ੍ਹ ਕੇ ਆਏ ਲੋਕਲ ਅਥਾਰਟੀ ਹੋ ਸਕਦੀ, ਗਵਰਨਮੈਂਟ ਕੰਪਨੀ, ਕਾਰਪੋਰੇਸ਼ਨ, ਮਾਰਕੀਟ ਕਮੇਟੀ, ਜੋ ਵੀ ਹੈਗਾ। ਡਿਪੋਜ਼ਿਟਰ ਕੋਲੇ ਜਦੋਂ ਪੈਸਾ ਪਿਆ ਹੈ ਤੇ ਉਹ ਇਹੋ ਜਿਹਾ ਪੈਸਾ ਹੈ ਜਿਹੜਾ ਕਿ ਕਾਨੂੰਨ ਮੁਤਾਬਕ ਜਾਂ ਬਾਇਲਾਜ਼ ਮੁਤਾਬਕ ਉਹ ਨਹੀਂ ਵਰਤ ਸਕਦਾ। ਡਿਪੋਜ਼ਿਟਰ ਹੈ ਨਹੀਂ ਵਰਤ ਸਕਦਾ, ਆਪਦੇ ਬਿਜ਼ਨਸ 'ਚ ਯੂਜ਼ ਨਹੀਂ ਕਰ ਸਕਦਾ। ਜਾਂ ਫਿਰ ਕੋਈ ਐਸਾ ਪੈਸਾ ਜਿਹੜਾ ਘੱਟੋ ਘੱਟ 3 ਮਹੀਨੇ ਵਾਸਤੇ ਯੂਜ਼ ਨਹੀਂ, ਯੂਟੀਲਾਈਜ਼ ਨਹੀਂ ਕਰਨਾ ਹੈਗਾ, ਉਹ ਪੈਸਾ ਸਰਪਲਸ ਫੰਡਸ ਅਖਵਾਊਗਾ। ਹਾਂਜੀ 12.30। Any local authority, government company, or corporation, cooperative society, market committee, marketing board, and university may maintain deposit accounts with government treasuries for keeping their surplus funds as interest bearing deposits. ਹਾਂਜੀ, ਕੋਈ ਲੋਕਲ ਅਥਾਰਟੀ ਹੈ ਜਾਂ ਗਵਰਨਮੈਂਟ ਕੰਪਨੀ, ਕਾਰਪੋਰੇਸ਼ਨ, ਕੋਆਪਰੇਟਿਵ ਸੁਸਾਇਟੀ, ਮਾਰਕੀਟਿੰਗ ਕਮੇਟੀ, ਮਾਰਕੀਟਿੰਗ ਬੋਰਡ, ਯੂਨੀਵਰਸਿਟੀ, ਉਹ ਸਰਕਾਰੀ ਖਜ਼ਾਨੇ ਦੇ ਵਿੱਚ ਆਪਦਾ ਖਾਤਾ ਖੁਲਵਾ ਸਕਦੇ ਡਿਪੋਜ਼ਿਟ ਅਕਾਊਂਟ, ਤਾਂ ਜੋ ਉਹਨਾਂ ਦੇ ਜਿਹੜੇ ਸਰਪਲਸ ਫੰਡਸ ਆ ਉੱਥੇ ਪਾਰਕ ਹੋ ਸਕਣ। ਉਹ ਕੀ ਬਣ ਸਕਣ? ਇੰਟਰਸਟ ਬੀਅਰਿੰਗ ਡਿਪੋਜ਼ਿਟਸ, ਉਹਨਾਂ ਤੇ ਵਿਆਜ ਮਿਲ ਸਕੇ। ਪੈਸਾ ਕਿੱਥੇ ਜਮ੍ਹਾਂ ਕਰਾਉਣਾ ਹੈ? ਟ੍ਰੈਜਰੀ 'ਚ। ਠੀਕ ਹੈ, ਕੀ ਮਿਲੂਗਾ? ਇੰਟਰਸਟ। ਕਿਹੜਾ ਪੈਸਾ? ਸਰਪਲਸ ਫੰਡਸ। 12.31 ਦੇਖੋ ਜੀ। Such deposits shall be classified in government accounts as follows. In the case of government companies or corporations, major minor heads will be 834 other deposits, 103 deposits of government companies and corporations. ਹਾਂਜੀ,
ਗਵਰਨਮੈਂਟ ਕੰਪਨੀ ਜਾਂ ਕਾਰਪੋਰੇਸ਼ਨ ਦੇ ਕੇਸ 'ਚ 83 ਵਾਲੀ ਹੈਡ ਅਧੀਨ ਹੈ ਜਿਹੜਾ ਜਮ੍ਹਾਂ ਹੋਊਗਾ ਪੈਸਾ। ਉਸ ਤੋਂ ਬਾਅਦ ਬੋਰਡ ਯੂਨੀਵਰਸਿਟੀ ਹੈ, ਉਹ 'ਚ ਵੀ 83 ਵਾਲੀ ਆ ਜਾਊਗਾ। ਮੇਜਰ ਹੈਡ 83 ਵਾਲੀ ਆ ਜਾਊਗਾ, ਅੱਗੇ ਸਬ ਹੈਡ ਵਗੈਰਾ ਚੇਂਜ ਹੋ ਜਾਣਗੇ। ਜੇ ਕੋਈ ਲੋਕਲ ਬਾਡੀ ਹੈ, ਜੇ ਮਿਊਨਿਸਪਲ ਕਾਰਪੋਰੇਸ਼ਨ ਹੈ ਜਾਂ ਕਮੇਟੀ ਹੈ, ਇਹ 83 38 ਆ ਜਾਣਗੇ। ਠੀਕ ਹੈ, ਇਹ ਮੇਜਰ ਹੈਡ ਦੀ ਗੱਲ ਕਰ ਰਿਹਾ ਮੈਂ, ਡਿਪੋਜ਼ਿਟਸ ਆਫ ਲੋਕਲ ਫੰਡ। ਮੇਜਰ ਹੈਡ ਕਰਾਂਗੇ ਆਪਾਂ GAR ਤੋਂ ਬਾਅਦ ਕਰਾਂਗੇ, ਉਹਦੇ ਵਾਸਤੇ ਇਹ। ਠੀਕ ਹੈ, ਇਹ ਹੈਡ ਕਿੱਥੇ ਯੂਜ਼ ਹੋਣਗੇ? ਮੇਜਰ ਮਾਈਨਰ ਹੈਡ ਵਾਲੀ ਕਿਤਾਬ 'ਚ ਯੂਜ਼ ਹੋਣਗੇ। ਠੀਕ ਹੈ, ਹੁਣ ਧਿਆਨ 'ਚ ਰੱਖਣੇ ਹੈ। ਕੁਐਸਚਨ ਆ ਸਕਦਾ, ਕਲਾਸੀਫਿਕੇਸ਼ਨ ਦਾ ਕੁਐਸਚਨ ਆ ਸਕਦਾ। ਹਾਂਜੀ 12.32 ਇੰਪੋਰਟੈਂਟ ਹੈ, ਕੁਐਸਚਨ ਆਇਆ ਹੈ। All the deposits made under Rule 12.30 shall be administered by the government in the Department of Finance. ਹਾਂਜੀ, ਹੁਣ ਜਿਹੜੇ ਡਿਪੋਜ਼ਿਟ ਹੋਣਗੇ, ਜਿਹੜੇ ਅਸੀਂ 12.30 ਰੂਲ ਅਧੀਨ ਆਪਦੇ ਸਰਪਲਸ ਫੰਡ ਹੈ ਪਾਰਕ ਕੀਤੇ ਸੀ, ਇੰਟਰਸਟ ਬੇਅਰਿੰਗ ਡਿਪੋਜ਼ਿਟ ਬਣਾਇਆ ਸੀ, ਉਹਨੂੰ ਐਡਮਿਨਿਸਟਰ ਕਿਹਨੇ ਕਰਨਾ ਜੀ? ਗਵਰਨਮੈਂਟ ਨੇ ਕਰਨਾ, ਡਿਪਾਰਟਮੈਂਟ ਆਫ ਫਾਈਨਾਂਸ ਨੇ। ਠੀਕ ਹੈ, ਇਹ ਕੁਐਸਚਨ ਆਇਆ ਹੋਇਆ ਕਿ ਲੋਕਲ ਅਥਾਰਟੀ ਜੇ ਕੋਈ ਪੈਸਾ ਜਮ੍ਹਾਂ ਕਰਾ ਰਹੀ ਹੈ ਸਰਪਲਸ ਫੰਡ ਆਪਦੇ ਟ੍ਰੈਜਰੀ 'ਚ ਇੰਟਰਸਟ ਬੇਅਰਿੰਗ ਡਿਪੋਜ਼ਿਟ ਵਜੋਂ ਜਮ੍ਹਾਂ ਕਰਾ ਰਹੀ ਹੈ, ਤਾਂ ਉਹਨੂੰ ਐਡਮਿਨਿਸਟਰ ਕੌਣ ਕਰੂਗਾ ਡਿਪੋਜ਼ਿਟਸ ਨੂੰ? ਤਾਂ 12.32 ਕਹਿੰਦਾ ਫਾਈਨਾਂਸ ਡਿਪਾਰਟਮੈਂਟ, ਗਵਰਨਮੈਂਟ ਕਰੂਗੀ ਇਨ ਫਾਈਨਾਂਸ ਡਿਪਾਰਟਮੈਂਟ। ਹਾਂਜੀ 12.33 ਦੇਖੋ ਜੀ। The deposits shall be accepted at a treasury or sub-treasury on presentation by the depositor concerned of a challan prepared in the form STR4 in quadruplicate, duly filled in ink, marked original, duplicate, triplicate, and quadruplicate. ਹਾਂਜੀ, ਹੁਣ ਅਸੀਂ ਡਿਪੋਜ਼ਿਟ ਦਾ ਤੇ ਵਿਦਡਰਾਲ ਦਾ ਪ੍ਰੋਸੀਜਰ ਦਾ ਓਵਰਵਿਊ ਲਵਾਂਗੇ। ਠੀਕ ਹੈ, ਕਹਿੰਦੇ ਟ੍ਰੈਜਰੀ ਦੇ ਵਿੱਚ ਜਾਂ ਸਬ ਟ੍ਰੈਜਰੀ ਦੇ ਵਿੱਚ ਇਹ ਡਿਪੋਜ਼ਿਟ ਹੈ ਜਿਹੜਾ ਉਹ ਕੀਤਾ ਜਾਊਗਾ, ਚਲਾਨ ਹੋਊਗਾ, 4 ਕਾਪੀਆਂ 'ਚ ਪੇਸ਼ ਹੋਊ, 4 ਪੜਤਾਂ ਦੇ ਵਿੱਚ। ਦੂਜਾ, ਹਾਂਜੀ ਸੈਕਿੰਡ, In the case of bank treasury, the ਇਹ amount ਰਹਿਣ will ਦਿਓ, be ਇਹ ਰਹਿਣ ਦਿਓ, received ਇਹ ਰਹਿਣ ਦਿਓ, ਥਰਡ ਆ ਜਾਓ, ਥਰਡ। at the end of each month. The treasury officers shall send a monthly statement of deposits received and repaid at his treasury in the form at Annexure B to the Accountant General Punjab, duly ਹਾਂਜੀ, supported with the receipt. ਇਹਦੇ ਵਿੱਚ ਕੀ ਕਹਿੰਦੇ ਆ, ਜਦੋਂ ਮਹੀਨਾ ਖਤਮ ਹੋ ਗਿਆ, ਮਹੀਨਾ ਖਤਮ ਹੋਣ ਉਪਰੰਤ ਹੈ TO ਨੇ ਜਿਹੜਾ ਸਟੇਟਮੈਂਟ ਭੇਜਣੀ ਆ ਡਿਪੋਜ਼ਿਟ ਦੀ, ਕਿੰਨੇ ਰਿਸੀਵ ਹੋਏ, ਕਿੰਨੇ ਦੀ ਰੀਪੇਮੈਂਟ ਹੋ ਗਈ, ਕਿੰਨੇ 'ਚ ਬੈਲੈਂਸ ਬਚਦਾ ਹੈ, ਕੁਝ ਵੀ ਰੀਪੇ ਹੋਇਆ ਤਾਂ ਬੈਲੈਂਸ ਕਿੰਨਾ ਬਚਦਾ ਹੈ, ਉਹ ਸਾਰੀ ਇੱਕ ਸਟੇਟਮੈਂਟ ਬਣਾ ਕੇ AG ਪੰਜਾਬ ਨੂੰ ਭੇਜਣੀ ਹੈ। ਹਾਂਜੀ 12.34। The depositor shall forward the receipted copy of challan marked duplicate to the Department of Finance. ਹੁਣ ਜਿਹੜੀ 4 ਪੜਤਾਂ 'ਚ ਚਲਾਨ ਲੈ ਕੇ ਗਿਆ ਸੀ, ਉਹਦੇ 'ਚੋਂ ਇੱਕ ਜਿਹੜੀ ਡੁਪਲੀਕੇਟ ਵਾਲੀ ਹੋਊਗੀ ਉਹਨੂੰ ਡਿਪਾਰਟਮੈਂਟ ਆਫ ਫਾਈਨਾਂਸ ਨੂੰ ਭੇਜਣਾ ਡਿਪੋਜ਼ਿਟਰ ਨੇ। 12.35। On receipt of the copies of the challan from the depositor as well as from the treasury officers in the Department of Finance, necessary acknowledgement will be issued to the depositor concerned in the form of a letter. ਹੁਣ ਜਦੋਂ ਰਸੀਦਾਂ ਪ੍ਰਾਪਤ ਹੋ ਗਈਆਂ ਡਿਪੋਜ਼ਿਟਰ ਤੋਂ ਨਾਲੇ TO ਤੋਂ, ਫਿਰ ਡਿਪਾਰਟਮੈਂਟ ਆਫ ਫਾਈਨਾਂਸ ਇੱਕ ਐਕਨੋਲੇਜਮੈਂਟ ਜਾਰੀ ਕਰ ਦੂਗਾ ਡਿਪੋਜ਼ਿਟਰ ਨੂੰ ਇੱਕ ਲੈਟਰ ਦੇ ਫਾਰਮ ਦੇ ਵਿੱਚ ਕਿ ਸੋ ਐਂਡ ਸੋ ਡਿਪੋਜ਼ਿਟਰ ਨੇ ਇੰਨਾ ਪੈਸਾ ਇੰਨੀ ਤਰੀਕ ਨੂੰ ਇਸ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਇਆ ਜਾਂ ਇੰਨਾ ਵਿਆਜ ਮਿਲੂਗਾ, ਜੋ ਵੀ ਹੈਗਾ। ਜਿਵੇਂ FD ਜਦੋਂ ਕਰਾਉਣੇ ਆ
ਤੇ ਇੱਕ FDR ਮਿਲਦੀ ਹੁੰਦੀ ਹੈ। ਠੀਕ ਹੈ, ਰਸੀਦ ਜੀ ਮਿਲਦੀ ਹੁੰਦੀ ਹੈ, ਉਸੇ ਹਿਸਾਬ ਨਾਲ ਇੱਥੇ ਐਕਨੋਲੋਜਮੈਂਟ ਇਸ਼ੂ ਹੋ ਜੂਗੀ। ਹਾਂਜੀ, ਅੱਗੇ ਹੈਗਾ 12.36। Entries of receipt will be made on the basis of the treasury challan in the ledger of deposit account maintained in the Department of Finance, but the entries relating to payment will be made on the basis of reports of the treasury officers in respect of deposits which are permitted to be withdrawn at their treasuries in pursuance of Rule 12.41. Each entry in the ledger account shall be initialed by responsible officer of the Department of Finance at least 7 days before the intended date of withdrawal. ਹਾਂਜੀ, ਜਦੋਂ ਪੈਸਾ ਜਮ੍ਹਾਂ ਕਰਾਇਆ ਜਾਂਦਾ ਹੈ ਟ੍ਰੈਜਰੀ ਚਲਾਨ ਰਾਹੀਂ, ਤਾਂ ਉਹਦੀ ਐਂਟਰੀ ਹੋਊਗੀ ਰਸੀਟ ਦੀ ਲੈਜਰ ਦੇ ਵਿੱਚ। ਲੈਜਰ ਕਿੱਥੇ ਲੱਗੇ ਹੋਣਗੇ? ਫਾਈਨਾਂਸ ਡਿਪਾਰਟਮੈਂਟ 'ਚ ਡਿਪੋਜ਼ਿਟ ਅਕਾਊਂਟ ਦੇ ਲੈਜਰ ਲੱਗੇ ਹੋਣੇ, ਉੱਥੇ ਰਸੀਟ ਹੋਊਗਾ। ਪਰ ਜਦੋਂ ਪੇਮੈਂਟ ਦੀ ਐਂਟਰੀ ਕਰਨੀ ਹੈ, ਉਹ ਕਹਿੰਦੇ TO ਰਿਪੋਰਟ ਭੇਜੂਗਾ ਸਾਨੂੰ। ਠੀਕ ਹੈ, ਕਿਹੜੇ ਡਿਪੋਜ਼ਿਟ ਦੀ ਰਿਪੋਰਟ TO ਭੇਜੂਗਾ? ਜਿਹੜੇ ਅਸੀਂ ਅਲਾਉ ਕੀਤਾ ਹੋਇਆ ਕਿ ਖਜ਼ਾਨੇ ਦੇ ਵਿੱਚ ਹੀ ਤੁਸੀਂ ਕਢਵਾ ਸਕਦੇ ਹੋ, ਉਹਨਾਂ ਦੀ ਟ੍ਰੈਜਰੀ ਤੇ ਨਿਕਲ ਸਕਦਾ ਪੈਸਾ। 12.41 ਚ ਦੇਖਦੇ ਹਾਂ, ਲੈਜਰ ਅਕਾਊਂਟ ਦੇ ਵਿੱਚ ਐਂਟਰੀ ਤੇ ਇਨੀਸ਼ੀਅਲ ਹੋਣਗੇ ਰਿਸਪੌਂਸਿਬਲ ਅਫਸਰ ਦੇ। ਕਦੋਂ? ਜਦੋਂ ਪੈਸਾ ਕਢਾਉਣਾ ਹੈ ਉਹ ਤੋਂ 7 ਦਿਨ ਪਹਿਲਾਂ। ਠੀਕ ਹੈ, ਪੈਸੇ ਕਢਾਉਣ ਵਾਸਤੇ ਕੋਈ ਮੰਨ ਲਓ ਐਪਲੀਕੈਂਟ ਅਰਜੀ ਲਾਉਂਦਾ ਵੀ ਮੈਂ ਪੈਸਾ ਕਢਾਉਣਾ ਹੈ। ਠੀਕ ਹੈ, ਫਾਈਨਾਂਸ ਡਿਪਾਰਟਮੈਂਟ ਨੇ ਆਪਦੇ ਲੈਜਰ ਅਕਾਊਂਟ ਦੇ ਵਿੱਚ ਐਂਟਰੀ ਪਾ ਕੇ ਇਨੀਸ਼ੀਅਲ ਕਰਨਾ ਹੈ ਰਿਸਪੌਂਸਿਬਲ ਅਫਸਰ ਨੇ। 12.37 For making a withdrawal from the deposit account, a demand note shall be submitted by the depositor in a form conforming as far as possible to the form at Annexure C to this chapter. Such demand note should reach the Department of Finance at least 7 days before the intended date of withdrawal. ਹੁਣ ਪੈਸਾ ਜਮ੍ਹਾਂ ਕਰਾਤਾ ਸੀ, ਪੈਸਾ ਕਢਵਾਉਣਾ। ਪੈਸਾ ਕਢਵਾਉਣ ਵਾਸਤੇ ਕੀ ਕਹਿੰਦੇ? ਡਿਮਾਂਡ ਨੋਟ ਭੇਜੋ ਵੀ ਸਾਨੂੰ ਪੈਸਾ ਚਾਹੀਦਾ। ਠੀਕ ਹੈ, ਕਿਹਨੂੰ ਭੇਜਣਾ? FD ਨੂੰ। ਕਦੋਂ ਭੇਜਣਾ? ਜਦੋਂ ਤੁਹਾਨੂੰ ਵਿਦਡਰਾਲ ਚਾਹੀਦਾ ਹੈ ਉਹ ਤੋਂ ਹਫ਼ਤਾ ਪਹਿਲਾਂ ਤੱਕ ਘੱਟੋ ਘੱਟ ਪਹੁੰਚਣਾ ਚਾਹੀਦਾ। ਪਹਿਲਾਂ ਭੇਜ ਸਕਦੇ ਹੋ, ਪਰ ਹਫ਼ਤਾ ਪਹਿਲਾਂ ਤਾਂ ਪਹੁੰਚਣਾ ਚਾਹੀਦਾ, ਕਿਉਂਕਿ ਅਸੀਂ ਉੱਤੇ ਦੇਖਿਆ ਕਿ ਅਸੀਂ ਐਂਟਰੀ ਕਰਨੀ ਹੈ ਉਹਦੇ ਲੈਜਰ ਅਕਾਊਂਟ 'ਚ। ਰਿਸਪੌਂਸਿਬਲ ਅਫਸਰ ਨੇ FD ਦੇ ਨੇ ਐਂਟਰੀ ਕਰਨੀ ਹੈ ਕਿ ਵਿਦਡਰਾ ਹੋਣ ਲੱਗਿਆ ਜਾਂ ਹੋ ਰਿਹਾ ਜਾਂ ਕਾਰਵਾਈ ਪਾਤੀ। 12.38 Upon the receipt of the demand note, the particulars stated therein regarding the amounts deposited and the balance at credit shall be duly verified, and after satisfaction as to its correctness, necessary sanction for the refund of the deposit will be issued. ਹੁਣ ਡਿਮਾਂਡ ਨੋਟ ਹੈ ਜਿਹੜਾ FD ਕੋਲੇ ਆ ਗਿਆ। ਠੀਕ ਹੈ, ਹੁਣ ਉਹਦੇ ਵਿੱਚ ਪਾਰਟਿਕੂਲਰ ਪਾਏ ਹੋਣੇ ਵੀ ਅਸੀਂ ਇੰਨੀ ਅਮਾਊਂਟ ਡਿਪੋਜ਼ਿਟ ਕੀਤੀ ਸੀ। ਠੀਕ ਹੈ, ਉਹਦਾ ਜਿਹੜਾ ਬੈਲੈਂਸ ਹੈ ਉਹ ਵੈਰੀਫਾਈ ਕੀਤਾ ਜਾਊਗਾ। ਜਦੋਂ ਸਾਰਾ ਕੁਝ ਕਰੈਕਟ ਪਾਇਆ ਗਿਆ ਕਿ ਲੈਜਰ ਚੋਂ ਵੈਰੀਫਾਈ ਕਰਨਗੇ ਉਹਦੇ FD ਵਾਲੇ। ਜਦੋਂ ਸਾਰਾ ਕੁਝ ਕਰੈਕਟਨੈਸ ਪਾਈ ਗਈ, ਫਿਰ ਕੀ ਹੈ? ਉਸ ਡਿਪੋਜ਼ਿਟ ਦੇ ਰਿਫੰਡ ਲਈ ਇੱਕ ਸੈਂਕਸ਼ਨ ਜਾਰੀ ਕਰ ਦਿੱਤੀ ਜਾਊਗੀ। ਠੀਕ ਹੈ, ਇਹ ਵਿਦਡਰਾਲ ਦਾ ਪ੍ਰੋਸੀਜਰ ਚੱਲ ਰਿਹਾ ਡਿਮਾਂਡ ਨੋਟ ਤੋਂ। ਠੀਕ ਹੈ, ਉਹ ਤੋਂ ਬਾਅਦ ਦੇਖੋ ਜੀ 12.48। ਹਾਂਜੀ, ਇਹ ਬੋਲੋ ਜੀ। No authority of the Accountant General Punjab will be needed for withdrawal of the amount after the sanction is issued under Rule 12.38. A bill will be prepared in the Department of Finance under the signature of the controlling officer, Deputy Secretary or Joint Secretary to Government Punjab, Department of Finance as the case may be, duly appointed for the purpose, and will be presented at the Punjab Treasury, Chandigarh, supported with a copy of the sanction.
हाँ जी। ਹੁਣ ਕਹਿੰਦੇ ਪਹਿਲੀ ਗੱਲ ਕਹਿਤੀ ਇੱਥੇ ਏਜੀ ਪੰਜਾਬ ਦੀ ਅਥਾਰਟੀ ਦੀ ਲੋੜ ਨਹੀਂ ਹੈਗੀ। ਆਪਾਂ ਗੱਲ ਕੀਤੀ ਸੀ ਪੀਟੀਆਰ ਦੇ ਵਿੱਚ ਕਿ ਜਦੋਂ ਪੈਸਾ ਕਢਵਾਉਣਾ ਜਾਂ ਤਾਂ ਪੀਟੀਆਰ ਦੇ ਅੰਡਰ ਰੂਲਸ ਜੋ ਕਿਹਾ ਗਿਆ ਹੈ ਟੀਓ ਨੂੰ ਪੇਮੈਂਟਾਂ ਕਰਨ ਵਾਸਤੇ ਉਹਦੇ ਮੁਤਾਬਕ, ਜਾਂ ਫਿਰ ਏਜੀ ਅਥਾਰਟੀ ਇਸ਼ੂ ਕਰਦਾ ਉਹਦੇ ਮੁਤਾਬਕ। ਤਾਂ ਇੱਥੇ ਕਹਿੰਦੇ 12.38 ਦੇ ਵਿੱਚ ਅਸੀਂ ਸੈਂਕਸ਼ਨ ਜਾਰੀ ਕਰਤੀ। ਉਹ ਸੈਂਕਸ਼ਨ ਲਈ ਏਜੀ ਪੰਜਾਬ ਦੀ ਆਥੋਰਾਈਜੇਸ਼ਨ ਦੀ ਲੋੜ ਨਹੀਂ ਹੈਗੀ, ਮਤਲਬ ਉਹ ਸੈਂਕਸ਼ਨ ਨਾਲ ਪੈਸੇ ਨਿਕਲ ਜਾਣਗੇ। ਪ੍ਰੋਸੀਜਰ ਕੀ ਹੈ, ਬਿੱਲ ਤਿਆਰ ਕੀਤਾ ਜਾਊਗਾ, ਕੰਟਰੋਲਿੰਗ ਅਫਸਰ ਦੇ ਸਾਈਨ ਹੋਣਗੇ। ਫਾਈਨਾਂਸ ਡਿਪਾਰਟਮੈਂਟ ਦਾ ਜਿਹੜਾ ਕੰਟਰੋਲਿੰਗ ਅਫਸਰ ਹੋਊਗਾ ਉਹ ਬਿੱਲ ਸਾਈਨ ਕਰਕੇ ਚੰਡੀਗੜ੍ਹ ਟ੍ਰੈਜਰੀ 'ਚ ਭੇਜ ਦੂਗਾ। ਠੀਕ ਹੈ, ਉੱਥੇ ਬਿੱਲ ਪਾਸ ਹੋ ਜਾਊਗਾ। ਹਾਂ, ਬਿੱਲ ਦੇ ਨਾਲ ਤੁਸੀਂ ਸੈਂਕਸ਼ਨ ਦੀ ਕਾਪੀ ਜ਼ਰੂਰ ਲਾਉਣੀ ਹੈ। ਉਹ ਤੋਂ ਬਾਅਦ ਜੀ 12.40 The Treasury officer shall pass the bill with due reference to the sanction issued by the government and shall arrange payment by means of bank draft or RTR in the case of payments to be made at outstations. ਹਾਂਜੀ, ਹੁਣ ਟੀਓ ਕੋਲੇ ਬਿੱਲ ਪਹੁੰਚ ਗਿਆ, ਸੈਂਕਸ਼ਨ ਲੱਗੀ ਹੋਈ ਹੈ, ਤਾਂ ਉਹਦੇ ਬੇਸਿਸ ਤੇ ਟੀਓ ਨੇ ਬਿੱਲ ਪਾਸ ਕਰ ਦੇਣਾ ਤੇ ਪੇਮੈਂਟ ਕਰ ਦੇਣੀ ਹੈ। ਠੀਕ ਹੈ ਜੀ, ਅੱਗੇ ਦੇਖੋ 12.41 Notwithstanding the provisions of Rules 12.37 to 12.40, the government may, by a general or special order, authorize the Treasury officer to permit withdrawal to the depositors stationed outside Chandigarh, subject to such limitations and conditions as may be specified in the order. In such case, no specific sanction of the government for the repayment of the deposit would be needed, and the Treasury officer would, on presentation of a demand note by the depositor, permit withdrawal after complying with the instructions contained in such orders. ਹਾਂਜੀ, ਹੁਣ ਇੱਕ ਤਾਂ ਉੱਤੇ ਚੰਡੀਗੜ੍ਹ ਵਾਲਾ ਪੜਿਆ ਸੀ ਆਪਾਂ, ਇਹ ਆਊਟਸਾਈਡ ਚੰਡੀਗੜ੍ਹ, ਕਿ ਚੰਡੀਗੜ੍ਹ ਤੋਂ ਇਲਾਵਾ ਸਰਕਾਰ ਜਿਹੜਾ ਟੀਓ ਹੈਗਾ ਉਹਨੂੰ ਪਰਮਿਟ ਕਰ ਸਕਦੀ ਹੈ ਕਿ ਤੁਸੀਂ ਜਿਹੜਾ ਡਿਪੋਜ਼ਿਟ ਆਇਆ ਤੁਹਾਡੇ ਕੋਲੇ ਉਹਨੂੰ ਉਹਦੀ ਰੀਪੇਮੈਂਟ ਕਰ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ ਸਰਕਾਰ ਦੀ ਸੈਂਕਸ਼ਨ ਦੀ ਲੋੜ ਨਹੀਂ ਹੈਗੀ, ਜਿਵੇਂ ਆਪਾਂ ਉੱਤੇ ਦੇਖਿਆ ਸੀ 12.38 ਚ। ਜਿਵੇਂ ਤੁਹਾਡੇ ਕੋਲ ਡਿਮਾਂਡ ਨੋਟ ਪੇਸ਼ ਹੁੰਦਾ ਹੈ ਡਿਪੋਜ਼ਿਟਰ ਦਾ, ਤੁਸੀਂ ਫਾਰਮੈਲਿਟੀਜ਼ ਕਰਕੇ ਚੈੱਕ ਕਰਕੇ ਕਰੈਕਟਨੈਸ ਦੇਖ ਕੇ ਡਿਪੋਜ਼ਿਟ ਦੀ ਤੇ ਤੁਸੀਂ ਰਿਫੰਡ ਕਰ ਦੇਣਾ ਪੈਸਾ ਡਿਪੋਜ਼ਿਟਰ ਦਾ ਪੈਸਾ ਉਹਨੂੰ ਦੇ ਦੇਣਾ। 12.42 In the case of all withdrawals and payments, actual pay receipt shall be obtained from the payees. In the case of payments made by the Department of Finance, such receipts shall be attached with the office copies of the bills concerned under the initials of the controlling officers. In the case of withdrawals permitted by the Treasury officers, the actual payees' receipts will be obtained by them at the time of authorizing payment and forwarded to the Accountant General Punjab in support of their list of payment. ਹਾਂਜੀ, ਹੁਣ ਕੀ ਕਹਿੰਦੇ, ਹੁਣ ਵਿਦਡਰਾਲ ਕਰ ਰਹੇ ਆ ਜਾਂ ਪੇਮੈਂਟਾਂ ਕਰ ਰਹੇ ਆ ਡਿਪੋਜ਼ਿਟ ਚੋਂ, ਜਿਹੜਾ ਐਕਚੁਅਲ ਪੇ ਹੋਊਗਾ ਜਿਹਨੂੰ ਪੇਮੈਂਟ ਕੀਤੀ ਹੈ ਉਹ ਤੋਂ ਰਸੀਟ ਲਓਗੇ ਕਿ ਇੰਨੀ ਪੇਮੈਂਟ ਹੈ ਜਿਹੜੀ ਮੈਨੂੰ ਮਿਲ ਚੁੱਕੀ ਹੈ। ਜੇ ਤਾਂ ਡਿਪਾਰਟਮੈਂਟ ਆਫ ਫਾਈਨਾਂਸ ਪੇਮੈਂਟਾਂ ਦੇ ਰਿਹਾ ਹੈ, ਜਿਹੜੀ ਰਸੀਦ ਹੋਊਗੀ ਉਹ ਬਿੱਲ ਜੋ ਪਾਸ ਕਰਾਇਆ ਸੀ ਚੰਡੀਗੜ੍ਹ ਟ੍ਰੈਜਰੀ ਚੋਂ ਉਹਦੀ ਆਫਿਸ ਕਾਪੀ ਨਾਲ ਲੱਗ ਜਾਊਗਾ। ਜੇਕਰ ਆਊਟਸਾਈਡ ਚੰਡੀਗੜ੍ਹ ਕੋਈ ਟੀਓ ਪੇਮੈਂਟ ਕਰ ਰਿਹਾ ਹੈ ਤਾਂ ਜਿਹੜੀ ਪੇਈ ਰਸੀਟ ਹੋਊਗੀ ਉਹਨਾਂ ਨੇ ਏਜੀ ਪੰਜਾਬ ਨੂੰ ਭੇਜਣੀ ਹੈ ਲਿਸਟ ਆਫ ਪੇਮੈਂਟ ਨਾਲ। ਤੁਹਾਡੇ ਧਿਆਨ 'ਚ ਹੋਵੇ ਅਸੀਂ ਗੱਲ ਕੀਤੀ ਸੀ ਕਿ ਦੋ ਟਾਈਪ ਦੇ ਅਕਾਊਂਟ ਆ ਜਿਹੜੇ ਉਹ ਰੈਂਡਰ ਹੁੰਦੇ ਆ।
ट्रेजरी तो एजी च एक तो कैश काउंट, एक लिस्ट ऑफ पेमेंट्स, ये च रिसीट्स, ये च पेमेंट्स ट्रेजरी च। ਤਾਂ ਲਿਸਟ ਆਫ ਪੇਮੈਂਟਸ ਦੇ ਵਿੱਚ ਅਸੀਂ ਜਿਹੜੀ ਡਿਪੋਜ਼ਿਟ ਦੀ ਪੇਮੈਂਟ ਕੀਤੀ ਹੈ ਉਹ ਉਹਦੇ ਵਿੱਚ ਪਾਵਾਂਗੇ ਤੇ ਨਾਲ ਜਿਹੜਾ ਇਹ ਪੇ ਰਸੀਟ ਭੇਜਾਂਗੇ ਵੀ ਆ ਅਸੀਂ ਉਹਨੂੰ ਪੇਮੈਂਟ ਕਰ ਚੁੱਕੇ ਹਾਂ। ਉਹ ਤੋਂ ਬਾਅਦ ਦੇਖੋ ਜੀ 12.44 ਇਹ ਪੜੋ ਜੀ। Interest on the deposits shall be calculated half yearly as on the 31st March and the 30th September each year in the Department of Finance at the rates fixed from time to time. A transfer entry will be prepared by the Department of Finance and proposed to the Accountant General Punjab for debiting the head 2049 interest payments, 60 interest on other obligations, 101 interest on deposits, and contra credit to the depositor's account concerned. ਹਾਂਜੀ ਹੁਣ ਡਿਪੋਜ਼ਿਟ ਆ ਗਿਆ ਸੀ ਸਾਡੇ ਕੋਲੇ, ਠੀਕ ਹੈ। ਅਸੀਂ ਕਿਹਾ ਸੀ ਕਿ ਉਹ ਇੰਟਰਸਟ ਬੀਅਰਿੰਗ ਡਿਪੋਜ਼ਿਟ ਹੋਊਗਾ, ਕੋਈ ਵਿਆਜ ਮਿਲੂਗਾ ਉਹਦੇ ਤੇ। ਕਦੋਂ ਦੇਣਾ? ਹਾਫ ਈਅਰਲੀ। ਹਾਫ ਈਅਰਲੀ 30 ਸਤੰਬਰ ਨੂੰ ਜਾਂ ਫਿਰ 31 ਮਾਰਚ, ਦੋ ਡੇਟਸ ਇਹਨਾਂ ਨੇ ਡਿਸਾਈਡ ਕਰ ਲਈਆਂ। ਹਾਫ ਈਅਰਲੀ ਤੁਸੀਂ ਕ੍ਰੈਡਿਟ ਕਰ ਦੇਣਾ। ਹੁਣ ਸਾਨੂੰ ਪਤਾ ਹੈ ਕਿ ਜੇ ਕ੍ਰੈਡਿਟ ਹੋਣਾ ਹੈ ਤਾਂ ਡੈਬਿਟ ਵੀ ਹੋਊਗਾ ਕਿਤੇ, ਇਹੀ ਹੁੰਦਾ। ਦੋ ਐਂਟਰੀਆਂ ਪੈਂਦੀਆਂ ਹੁੰਦੀਆਂ, ਇੱਕ ਡੈਬਿਟ ਦੀ ਇੱਕ ਕ੍ਰੈਡਿਟ ਦੀ, ਡੂਅਲ ਐਂਟਰੀ ਸਿਸਟਮ 'ਚ। ਡੈਬਿਟ ਦੀ ਐਂਟਰੀ ਕਿੱਥੇ ਪਾਉਣੀ ਹੈ? ਜਿਹੜਾ ਸਾਡਾ 2049 ਹੈਡ ਹੈ ਇੰਟਰਸਟ ਪੇਮੈਂਟ ਦਾ, ਉਹਦੇ ਵਿੱਚ ਡੈਬਿਟ ਦੀ ਐਂਟਰੀ ਪਾ ਦਵਾਂਗੇ ਤੇ ਜਿਹੜਾ ਡਿਪੋਜ਼ਿਟਰ ਹੈ ਉਹਦੇ 'ਚ ਕ੍ਰੈਡਿਟ ਦੀ ਐਂਟਰੀ ਪਾ ਦਵਾਂਗੇ ਉਹਦੇ ਅਕਾਊਂਟ 'ਚ, ਠੀਕ ਹੈ। ਸਮਝ ਲੱਗੀ ਗੱਲ? ਮੰਨ ਲਓ ਤੁਹਾਡਾ ਖਾਤਾ SBI ਦੇ ਵਿੱਚ ਹੈ, ਇਹਦੇ 'ਚ ਪੇਮੈਂਟ ਆ ਗਈ, ਮੰਨ ਲਓ ਤੁਹਾਡੀ ਸੈਲਰੀ ਆ ਗਈ 50,000 ਸੈਲਰੀ ਹੈ, ਮੰਨ ਲਓ ਤੁਹਾਡੀ 50,000 ਆ ਗਈ, ਤਾਂ SBI ਨੇ ਇਹ ਜਿਹੜਾ ਤੁਹਾਡੇ ਖਾਤੇ 'ਚ ਕ੍ਰੈਡਿਟ ਕੀਤਾ ਤਾਂ ਡੈਬਿਟ ਵੀ ਤਾਂ ਕਿਤੇ ਕੀਤਾ ਹੋਊਗਾ ਨਾ। ਉਹ ਕਿੱਥੇ ਕੀਤਾ ਹੋਊਗਾ? ਸਰਕਾਰ ਦੇ ਖਾਤੇ 'ਚ। ਸਰਕਾਰ ਦੇ ਖਾਤੇ 'ਚ ਪਤਾ ਹੋਣਾ ਕਿ ਡੈਬਿਟ ਵੀ ਇੰਨੇ ਮਾਈਨਸ ਕੀਤੇ ਜਾਂਦੇ ਆ, 50,000 ਮਾਈਨਸ ਕਰਤਾ ਤੇ ਤੁਹਾਡੇ ਖਾਤੇ 'ਚ 50,000 ਪਲੱਸ ਕਰਤਾ। ਆਹੀ ਹੋਈ ਕਾਉਂਟਰ ਐਂਟਰੀ, ਠੀਕ ਹੈ ਨਾ। ਬੁੱਕ ਟ੍ਰਾਂਸਫਰ ਦੇ ਕੇਸ 'ਚ ਕਾਉਂਟਰ ਐਂਟਰੀ ਕਹਿੰਦੇ ਪਾ ਦਿਓ। ਉਸ ਤੋਂ ਬਾਅਦ ਕੀ ਕਹਿੰਦੇ ਆ 12.45 The Department of Finance shall arrange for reconciliation of all the interest bearing deposit accounts with Accountant General Punjab so as to tally the figures as per accounts maintained in the Department of Finance with those as per records of Accountant General Punjab. ਹਾਂਜੀ ਹੁਣ ਫਾਈਨਾਂਸ ਡਿਪਾਰਟਮੈਂਟ ਨੇ AG ਪੰਜਾਬ ਨਾਲ ਰੀਕਨਸੀਲੀਏਸ਼ਨ ਕਰਨੀ ਹੈ ਕਾਹਦੀ? ਇੰਟਰਸਟ ਬੀਅਰਿੰਗ ਡਿਪੋਜ਼ਿਟਸ ਦੀ, ਤਾਂ ਜੋ ਡਿਪਾਰਟਮੈਂਟ ਆਫ ਫਾਈਨਾਂਸ ਦੇ ਵਿੱਚ ਜੋ ਅਕਾਊਂਟ ਮੇਨਟੇਨ ਕੀਤੇ ਜਾ ਰਹੇ ਆ ਉਹਨਾਂ ਦੀ ਫਿਗਰਸ ਆ ਜਿਹੜੀ AG ਪੰਜਾਬ ਦੇ ਰਿਕਾਰਡ ਨਾਲ ਟੈਲੀ ਕਰ ਸਕੇ। ਹਾਂਜੀ 12.46 After accounts have been reconciled, an account statement shall be prepared in the form at Annexure E and sent to the depositor for information and confirmation of the balance as at the end of each financial year. ਹਾਂਜੀ ਜਦੋਂ ਅਕਾਊਂਟਸ ਰੀਕਨਸਾਈਲ ਹੋ ਗਏ ਉਸ ਤੋਂ ਬਾਅਦ ਸਟੇਟਮੈਂਟ ਤਿਆਰ ਹੋ ਜੂਗੀ ਇੱਕ, ਤੇ ਜੋ ਬੈਲੈਂਸ ਹੋਊਗਾ ਉਹਦੇ ਬਾਰੇ
ਡਿਪੋਜ਼ਿਟਰ ਨੂੰ ਸੂਚਿਤ ਕਰ ਦਿੱਤਾ ਜਾਊਗਾ। ਵਿੱਤੀ ਸਾਲ ਜਦੋਂ ਖਤਮ ਹੋ ਗਿਆ, ਬੈਲੈਂਸ ਬਾਰੇ ਸੂਚਿਤ ਕਰਤਾ ਜਾਊਗਾ ਕਿ ਆਹ ਜਿਹੜਾ ਤੇਰੇ ਡਿਪੋਜ਼ਿਟ 'ਚ ਇੰਨਾ ਬੈਲੈਂਸ ਪਿਆ ਸਟੈਂਡ ਕਰਦਾ। ਠੀਕ ਹੈ। ਦੇਖੋ, ਇੱਕ ਬੁੱਕ ਕੀਪਿੰਗ ਦੇ ਵਿੱਚ ਤੁਸੀਂ BRS ਪੜ੍ਹਿਆ ਹੋਊਗਾ ਜਾਂ ਪੜ੍ਹੋਗੇ, ਬੈਂਕ ਰੀਕਨਸੀਲੀਏਸ਼ਨ ਸਟੇਟਮੈਂਟ। ਉਹਦੇ ਵਿੱਚ ਪ੍ਰੋਸੀਜਰ ਕੀ ਹੁੰਦਾ, ਜਿਹੜੀ ਪਾਸਬੁੱਕ ਹੁੰਦੀ ਹੈ ਤੇ ਬੈਂਕ ਦੀਆਂ ਜਿਹੜੀ ਬੁੱਕਸ ਹੁੰਦੀਆਂ, ਲੈਜਰ ਜਿਹੜੇ ਮੇਨਟੇਨ ਕੀਤੇ ਹੁੰਦੇ, ਉਹ ਰੀਕਨਸਾਈਲ ਹੁੰਦੇ ਆ। ਠੀਕ ਹੈ। ਜੋ ਡਿਫਰੈਂਸ ਹੁੰਦਾ ਉਹ ਨਿਕਲ ਜਾਂਦਾ। ਕਈ ਵਾਰ ਬੈਂਕ ਆਪ ਐਂਟਰੀ ਪਾ ਦਿੰਦਾ, ਪਾਸਬੁੱਕ 'ਚ ਨਹੀਂ ਪਈ ਹੁੰਦੀ। SMS ਚਾਰਜਸ ਇਹਨੇ ਮੰਨ ਲਓ ਬੈਂਕ ਨੇ ਕੱਟ ਲਈ, ਆਪਦੀ ਬੁੱਕ 'ਚ ਤਾਂ ਐਂਟਰੀ ਪਾਤੀ, ਹੁਣ ਪਾਸਬੁੱਕ 'ਚ ਹਜੇ ਉਹ ਐਂਟਰੀ ਹੈ ਨਹੀਂ। ਠੀਕ ਹੈ। ਤਾਂ ਬੈਲੈਂਸ ਉੱਥੇ ਗੜਬੜਾ ਗਿਆ। ਪਾਸਬੁੱਕ 'ਚ ਬੈਲੈਂਸ 100 ਰੁਪਏ ਦੱਸ ਰਿਹਾ, ਇਹਦੇ 'ਚ 75 ਰੁਪਏ ਦੱਸ ਰਿਹਾ, 25 ਰੁਪਏ ਦਾ ਫਰਕ ਪੈ ਗਿਆ। ਇਹ ਰੀਕਨਸਾਈਲ ਕਰ ਲੈਂਦੇ। ਠੀਕ ਹੈ। ਇਹ ਕਹਿ ਦਿੰਦੇ ਵੀ ਨਹੀਂ, ਆਹ ਐਂਟਰੀ 25 ਰੁਪਏ ਦੀ ਸਾਡੇ ਕੋਲ ਨਹੀਂ ਆਈ, ਅਸੀਂ ਇਹ ਪਾ ਲੈਂਦੇ ਹਾਂ। ਇਹਨੂੰ ਰੀਕਨਸਲੀਏਸ਼ਨ ਬੋਲਦੇ। ਫਿਰ ਇਹਨਾਂ ਦਾ ਬੈਲੈਂਸ ਹੈ ਜਿਹੜਾ 75 ਬਰਾਬਰ ਹੋ ਜਾਂਦਾ। ਇਹ ਬੈਂਕ ਰੀਕਨਸਲੀਏਸ਼ਨ ਸਟੇਟਮੈਂਟ, ਇਹ ਕੰਸੈਪਟ ਹੈਗਾ ਬੁੱਕ ਕੀਪਿੰਗ ਦੇ ਵਿੱਚ ਪੜ੍ਹੋਗੇ ਤੁਸੀਂ। ਇਹੋ ਜਿਹਾ ਇੱਕ ਰੀਕਨਸੀਲੀਏਸ਼ਨ ਹੈ, ਇਹ ਕਿੱਥੇ ਹੁੰਦਾ, ਇੰਟਰਸਟ ਬੀਅਰਿੰਗ ਡਿਪੋਜ਼ਿਟ ਦੇ ਕੇਸ ਦੇ ਵਿੱਚ FD ਤੇ AG ਇਹ ਕਰਦੇ ਨੇ। ਠੀਕ ਹੈ। ਜਦੋਂ ਸਾਰਾ ਮੈਚ ਕਰ ਜਾਂਦਾ ਹੈ, ਉਸ ਤੋਂ ਬਾਅਦ ਫਾਈਨੈਂਸ਼ੀਅਲ ਈਅਰ ਖਤਮ ਹੋਣ ਤੇ ਸਟੇਟਮੈਂਟ ਭੇਜ ਦਿੰਦੇ ਆ ਡਿਪੋਜ਼ਿਟਰ ਨੂੰ। ਠੀਕ ਹੈ। ਉਹ ਤੋਂ ਬਾਅਦ ਦੇਖੋ 12.47। The transaction receipts and withdrawals of such deposits shall be accounted for by the treasuries in their cash accounts or the list of payments as the case may be. The Accountant General Punjab may, however, in consultation with the Department of Finance, specify any other schedules or reports to be appended to the cash account or list of payments in connection with such transactions. ਹਾਂਜੀ, ਹੁਣ ਅਸੀਂ AG ਨੂੰ ਪਿਕਚਰ 'ਚ ਲੈ ਕੇ ਆਏ ਹਾਂ। ਅਸੀਂ ਗੱਲ ਕੀਤੀ ਕਿ FD ਕੋਲੇ ਐਕਸੈਪਟ ਹੋਣਗੇ ਇੰਟਰਸਟ ਬੀਅਰਿੰਗ ਡਿਪੋਜ਼ਿਟ, FD ਸੈਂਕਸ਼ਨ ਜਾਰੀ ਕਰੋ, FD ਪੇਮੈਂਟ ਕਰ ਦੂ, ਜਾਂ ਟ੍ਰੈਜਰੀ 'ਚ ਬਿੱਲ ਚਲਾ ਜਾਊਗਾ, ਜਾਂ TO ਆਪਦੇ ਲੈਵਲ ਤੇ ਪੇਮੈਂਟ ਕਰ ਦੂ ਜੇ ਆਊਟਸਾਈਡ ਚੰਡੀਗੜ੍ਹ। AG ਕਿੱਥੋਂ ਆਇਆ ਵਿੱਚ? AG ਨੂੰ ਅਸੀਂ ਕੈਸ਼ ਅਕਾਊਂਟ ਜਾਂ ਲਿਸਟ ਆਫ ਪੇਮੈਂਟ ਭੇਜਦੇ ਹੁੰਦੇ ਹਾਂ ਟ੍ਰੈਜਰੀ 'ਚੋਂ। ਤਾਂ ਕੈਸ਼ ਅਕਾਊਂਟ ਯਾਨੀ ਰਸੀਟ, ਜੇ ਕੋਈ ਡਿਪੋਜ਼ਿਟ ਆਊਗਾ ਤਾਂ ਰਸੀਟ 'ਚ ਚੱਲ ਜੂਗਾ, ਤੇ ਜੇ ਕੋਈ ਪੇਮੈਂਟ ਹੋਈ ਹੈ ਤਾਂ ਲਿਸਟ ਆਫ ਪੇਮੈਂਟ 'ਚ ਚੱਲ ਜੂਗਾ, ਯਾਨੀ ਡਿਪੋਜ਼ਿਟ ਦੀ ਜੇ ਕੋਈ ਪੇਮੈਂਟ ਹੋਈ ਹੈ। ਤਾਂ ਉਹਦੇ ਨਾਲ AG ਕੋਲੇ ਆਪਦੇ ਖਾਤੇ ਤਿਆਰ ਹੋ ਜਾਂਦੇ, ਜਿਹੜੇ ਅਸੀਂ ਪਿੱਛੇ ਰੀਕਨਸਾਈਲ ਕਰਕੇ ਆਏ ਹਾਂ। ਤਾਂ ਉੱਥੇ ਕਹਿੰਦੇ ਇਹ ਰਿਪੋਰਟਾਂ ਤੁਸੀਂ AG ਨੂੰ ਭੇਜਣੀ ਹੈ। ਜੇ AG ਹੋਰ ਕੁਝ ਡਿਮਾਂਡ ਕਰਦਾ, ਕੋਈ ਹੋਰ ਸ਼ਡਿਊਲ ਜਾਂ ਰਿਪੋਰਟ, ਉਹ ਵੀ ਤੁਸੀਂ ਭੇਜਣੀ ਹੈ। ਹਾਂਜੀ, 12.49। The accounts of such deposits maintained in the Department of Finance shall be subject to audit by the Accountant General Punjab at such periodical intervals as may be prescribed by him. ਹਾਂਜੀ, ਜਿਹੜੇ ਡਿਪੋਜ਼ਿਟਸ ਹੋਣਗੇ, ਇਹਨਾਂ ਦਾ ਅਕਾਊਂਟ ਦਾ ਜਿਹੜਾ ਆਡਿਟ ਹੈ ਉਹ AG ਪੰਜਾਬ ਪੀਰੀਓਡੀਕਲ ਇੰਟਰਵਲ 'ਤੇ ਕਰ ਸਕਦਾ, ਜਿਵੇਂ ਉਹ ਚਾਹੂਗਾ। ਫਾਈਨਾਂਸ ਡਿਪਾਰਟਮੈਂਟ 'ਚ ਡਿਪੋਜ਼ਿਟਸ ਮੇਨਟੇਨ ਹੁੰਦੇ, ਲੈਜਰ ਮੇਨਟੇਨ ਹੁੰਦੇ, ਆਪਾਂ ਗੱਲ ਕਰਕੇ ਆਏ ਹਾਂ। ਉਹਦਾ ਆਡਿਟ ਕਿਹਨੇ ਕਰਨਾ? AG ਪੰਜਾਬ ਨੇ। ਠੀਕ ਹੈ ਜੀ।